ਇੱਕ ਓੰਕਾਰ ਸਤ ਗੁਰ ਪ੍ਰਸਾਦ। ਤੁਮਰੀ ਸਰਣ ਤੁਮਾਰੀ ਆਸ, ਤੁਮ ਹੀ ਸੱਜਣ ਸੋਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰ ਕੀ ਗੋਲੇ। ਸਰਬ ਕਲਾ ਸਮਰੱਥ हे ਸੱਚੇ ਪਾਤਸ਼ਾਹ, ਆਪ ਜੀ ਦਾ ਬੇਅੰਤ ਸ਼ੁਕਰ ਹੈ। ਇਹ ਜੋ ਸਮਾਂ ਆਪ ਜੀ ਨੇ ਗੁਰਬਾਣੀ ਸ਼ਬਦ ਵਿਚਾਰਨ ਦਾ ਬਖਸ਼ਿਸ਼ ਕੀਤਾ ਹੈ, ਸੋ ਚੱਲ ਰਹੀ ਗੁਰਬਾਣੀ ਸ਼ਬਦ ਦੀ ਵਿਚਾਰ ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਕੇ ਕਰਦੇ ਹਾਂ। ਕੱਲ ਸਹਿਭੰਗ ਸ਼ਬਦ ਦੀ ਵਿਆਖਿਆ ਗੁਰ ਕਿਰਪਾ ਦੁਆਰਾ ਆਪਾਂ ਨੇ ਕੀਤੀ ਸੀ। ਅੱਜ ਵਚਨ ਹੈ ਸਾਹਿਬ ਦਾ ਗੁਰ ਪ੍ਰਸਾਦ, ਭਾਵ ਆਤਮਿਕ ਗਿਆਨ ਦੀ ਬਖਸ਼ਿਸ਼। ਆਮ ਜੋ ਟੀਕਾਕਾਰੀ ਹੈ ਉਸ ਦੇ ਅੰਦਰ ਗੁਰ ਪ੍ਰਸਾਦ ਦਾ ਅਰਥ ਕੀਤਾ ਜਾਂਦਾ ਹੈ ਗੁਰੂ ਦੀ ਕਿਰਪਾ, ਪਰ ਗੁਰਬਾਣੀ ਦੇ ਅੰਦਰ ਗੁਰ ਪ੍ਰਸਾਦ ਹੈ। ਇੱਥੇ ਗੁਰੂ ਸ਼ਬਦ ਨਹੀਂ, ਇੱਥੇ ਗੁਰ ਸ਼ਬਦ ਹੈ। ਗੁਰੂ ਸ਼ਬਦ ਜਦੋਂ ਵੀ ਕਿਤੇ ਗੁਰਬਾਣੀ ਚ ਆਉਂਦਾ ਹੈ ਉਹ ਸ਼ਬਦ ਨਾਲ ਲੱਗ ਕੇ ਆਉਂਦਾ ਹੈ, ਸ਼ਬਦ ਗੁਰੂ। ਸੁਰਤ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਗੁਰ ਸ਼ਬਦ ਵੀ ਗੁਰਬਾਣੀ ਦੇ ਅੰਦਰ ਕਈ ਰੂਪਾਂ ਦੇ ਵਿੱਚ ਆਉਂਦਾ ਹੈ। ਜਿੱਥੇ ਗੁਰ ਪ੍ਰਸਾਦ ਰਾਰਾ ਮੁਕਤਾ ਆਉਂਦਾ ਹੈ, ਇੱਥੇ ਹੈ ਕਿ ਕਿਸੇ ਦੇ ਉੱਪਰ ਕਿਰਪਾ ਹੋਣੀ ਹੈ। ਤੇ ਜਦੋਂ ਗੁਰ ਦੇ ਰਾਰੇ ਨੂੰ ਔਂਕੜ ਪੈ ਜਾਂਦੀ ਹੈ, ਭਾਵ ਕਿ ਕਿਸੇ ਉੱਪਰ ਕਿਰਪਾ ਹੋ ਚੁੱਕੀ ਹੈ। ਕਰਨ ਵਾਲਾ ਕਿਰਪਾ ਗੁਰੂ ਹੈ, ਉਹ ਪਰਮੇਸ਼ਰ ਹੈ। ਪਹਿਲਾਂ ਜਿਹੜਾ ਗੁਰ ਹੈ ਇਹਨੂੰ ਗਿਆਨ ਪ੍ਰਾਪਤ ਕਰਨਾ ਪਊਗਾ ਸਵੈਮ ਆਪਣੇ ਆਪ ਦਾ। ਜਦੋਂ ਇਹ ਆਪਣਾ ਗਿਆਨ ਪ੍ਰਾਪਤ ਕਰ ਲੈਂਦਾ, ਇਹਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ, ਉਸ ਤੋਂ ਨਾਲ ਹੀ ਇਹਦੇ ਅੰਦਰ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਪੈ ਜਾਂਦੀ ਹੈ। ਭਾਵ ਕਿ ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹਦਾ, ਪਹਿਲਾਂ ਵਿਦਿਆਰਥੀ ਹੈ ਤੇ ਉਹ ਪੜ੍ਹਾਈ ਕਰਕੇ ਟੀਚਰ ਲੱਗ ਸਕਦਾ ਹੈ। ਫਿਰ ਉਹ ਟੀਚਰ ਲੱਗ ਕੇ ਜਦੋਂ ਕਲਾਸ 'ਚ ਪੜ੍ਹਾਉਂਦਾ ਹੈ, ਉਹਨੂੰ ਫਿਰ ਕੋਈ ਵਿਦਿਆਰਥੀ ਨਹੀਂ ਕਹਿੰਦਾ, ਉਹਨੂੰ ਟੀਚਰ ਕਹਿੰਦੇ। ਖੜਾ ਉਸੇ ਕਲਾਸ 'ਚ ਹੁੰਦਾ ਹੈ, ਪਰ ਉਹਦਾ ਜਿਹੜਾ ਅਹੁਦਾ ਹੈ ਉਹ ਵੱਡਾ ਹੈ। ਪਰ ਟੀਚਰ ਤੋਂ ਅੱਗੇ ਹੈ ਪ੍ਰੋਫੈਸਰ ਹੈ ਜਾਂ ਪ੍ਰਿੰਸੀਪਲ ਹੈ। ਪ੍ਰਿੰਸੀਪਲ ਸਾਰੇ ਸਕੂਲ ਦਾ ਮਾਲਿਕ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਹੈ, ਪਰਮੇਸ਼ਰ ਹੈ, ਉਹ ਸਾਰੀ ਸ੍ਰਿਸ਼ਟੀ ਦਾ ਮਾਲਿਕ ਹੈ। ਕਿ ਜਿਹੜਾ ਗੁਰ ਹੈ, ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਵਾਲਾ, ਉਹ ਉਪਦੇਸ਼ਕ ਹੈ। ਉਹ ਕਿਸੇ ਨੂੰ ਉਪਦੇਸ਼ ਦੇ ਸਕਦਾ ਹੈ, ਉਹਦਾ ਫਰਜ਼ ਹੈ ਉਪਦੇਸ਼ ਦੇਣਾ। ਗਾਹਾਂ ਮੰਨਣਾ ਨਾ ਮੰਨਣਾ ਵਿਦਿਆਰਥੀ ਦੀ ਮਰਜ਼ੀ ਹੈ। ਜੇ ਕੋਈ ਮੰਨ ਲੂਗਾ ਤਾਂ ਟੀਚਰ ਬਣ ਸਕਦਾ, ਜੇ ਕੋਈ ਨਹੀਂ ਮੰਨੂਗਾ ਤਾਂ ਉਹਦੀ ਆਪਣੀ ਮਰਜ਼ੀ ਹੈ। ਸੋ ਗੁਰ ਪ੍ਰਸਾਦ ਇਹ ਉਪਦੇਸ਼ ਆਇਆ ਕਿ ਸਾਡਾ ਜਿਹੜਾ ਮੂਲ ਹੈ, ਸਾਡਾ ਗੁਰ ਹੈ,
ਉਹਨੂੰ ਉਪਦੇਸ਼ ਦਿੱਤਾ ਕਿ ਤੂੰ ਆਪਣੇ ਆਦ ਨੂੰ ਪਰਸ ਵੀ, ਤੇਰਾ ਆਦ ਕੀ ਹੈ। ਗੁਰ ਦਾ ਵੀ ਇੱਕ ਮੂਲ ਹੈ। ਪਹਿਲਾਂ ਮਨ ਨੇ ਆਪਣੇ ਗੁਰ ਨੂੰ ਪਰਸਣਾ, ਤੇ ਜਦੋਂ ਆਪਣੇ ਗੁਰ ਨੂੰ ਪਰਸ ਲਿਆ, ਗੁਰ ਦੇ ਕੋਲ ਪੂਰੀ ਸੁਗਿਆਨ ਆ ਗਿਆ, ਤਾਂ ਫਿਰ ਉਸ ਗੁਰ ਨੇ ਗੁਰੂ ਨੂੰ ਪਰਸਣਾ, ਉਹਦੇ ਅੱਗੇ ਸਮਰਪਣ ਹੋਣਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ, ਦਰਸ਼ਨ ਪਰਸੀਐ ਗੁਰੂ ਕੈ। ਜਿਹੜਾ ਪਹਿਲਾ ਗੁਰ ਹੈ, ਇਹਨੇ ਦਰਸ਼ਨ ਕਰਨਾ, ਸੋਝੀ ਪ੍ਰਾਪਤ ਕਰਨੀ ਹੈ। ਜਦੋਂ ਸੋਝੀ ਪ੍ਰਾਪਤ ਕਰ ਲਈ, ਗੁਰ ਬਣ ਗਿਆ, ਰਾਰੇ ਨੂੰ ਔਂਕੜ ਪੈ ਗਈ, ਫਿਰ ਉਹਨੇ ਪਰਸਣਾ ਹੈ। ਸ਼ਬਦ ਗੁਰੂ, ਜਿਹੜਾ ਗੁਰੂ ਕੋਲੋਂ ਹੁਕਮ ਆਉਣਾ, ਉਹ ਉਹਨੂੰ ਸਪਰਸ਼ ਕਰਦਾ ਹੈ। ਉਹਦੇ 'ਚ ਕਰਾਮਾਤ ਕੀ ਹੈ? ਜਨਮ ਮਰਨ ਦੁੱਖ ਜਾਏ। ਕਿ ਜਿਹੜਾ ਜਨਮ ਮਰਨ ਹੈ, ਜਿਹਨੂੰ ਇਹ ਮੰਨੀ ਬੈਠਾ ਕਿ ਸਰੀਰ ਕਰਕੇ ਜਨਮ ਹੁੰਦਾ, ਸਰੀਰ ਕਰਕੇ ਮਰਨਾ ਹੁੰਦਾ, ਇਹਦਾ ਜਿਹੜਾ ਦੁੱਖ ਹੈ ਉਹ ਚਲਾ ਜਾਂਦਾ। ਇਹਨੂੰ ਪਤਾ ਲੱਗਦਾ ਵੀ ਜੰਮਣਾ ਮਰਦਾ ਤਾਂ ਕੁਛ ਵੀ ਨਹੀਂ ਹੈ। ਨਹਿ ਕਿਛ ਜਨਮ ਹੈ, ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਇਹ ਤਾਂ ਇਹਨੇ ਆਪਣੇ ਆਪ ਹੀ ਕੌਤਕ ਕੀਤਾ ਸੀ, ਕੋਈ ਰਚਨਾ ਰਚੀ ਆਪਣੀ ਮਰਜ਼ੀ ਨਾਲ, ਤੇ ਛੱਡ ਗਿਆ। ਜਿਵੇਂ ਬੱਚੇ ਕਿਸੇ ਚੀਜ਼ ਨਾਲ ਖੇਡਦੇ ਆ, ਉਹਨਾਂ ਨੂੰ ਚੰਗਾ ਲੱਗਦਾ ਖੇਡਣਾ, ਪਰ ਜਦੋਂ ਬੱਚਿਆਂ ਨੂੰ ਕੋਈ ਉਸ ਖੇਡ ਨਾਲੋਂ ਵਧੀਆ ਖੇਡ ਦਿਖਾ ਦਿੱਤੀ ਜਾਵੇ, ਤੇ ਬੱਚੇ ਛੱਡ ਕੇ ਤੁਰ ਜਾਂਦੇ ਆ। ਇਸੇ ਤਰ੍ਹਾਂ ਹੀ ਜਦੋਂ ਗੁਰ ਤੋਂ ਸੁਗਿਆਨ ਆਉਂਦਾ ਹੈ, ਗੁਰ ਰਾਰੇ ਨੂੰ ਔਂਕੜ ਪੈ ਜਾਂਦੀ ਹੈ, ਗੁਰ ਬਣ ਜਾਂਦਾ, ਫਿਰ ਉਹਨੂੰ ਜਾ ਕੇ ਉੱਥੇ ਹੁਕਮ ਜਦੋਂ ਦੀਂਦਾ, ਸ਼ਬਦ ਗੁਰੂ ਦੀਂਦਾ, ਉਹ ਮਾਇਆ ਛੱਡ ਜਾਂਦਾ ਹੈ। ਪਹਿਲਾਂ ਮਨ ਮਾਇਆ ਛੱਡਦਾ, ਮਨ ਮਾਇਆ ਮੇ ਫਾਦ ਰਹੇ ਹੋ। ਮਨ ਨੂੰ ਗੁਰਬਾਣੀ ਬਾਹਰ ਕੱਢਦੀ ਹੈ, ਜਿਹੜਾ ਅੰਦਰ ਗੁਰ ਸਾਡੇ ਹਿਰਦੇ 'ਚ ਬੈਠਾ, ਉਹ ਕੱਢਦਾ ਬਾਹਰ। ਫਿਰ ਉਹ ਜਿਹੜਾ ਅੰਦਰ ਬੈਠਾ, ਉਹ ਵੀ ਭਰਮ 'ਚ ਹੈ, ਉਹਨੂੰ ਕੱਢਣ ਵਾਸਤੇ ਸ਼ਬਦ ਗੁਰੂ ਹੈ। ਜਿਵੇਂ ਇੱਕ ਗੁਰਬਾਣੀ 'ਚ ਬਚਨ ਵੀ ਆਉਂਦਾ, ਆਪਨ ਛੂਟਨ ਕੋ ਤੁਮ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਹੁਣ ਉੱਥੇ ਹਮ ਛੁੱਟੇ, ਉੱਥੇ ਦੋ ਬਹੁਵਚਨ ਆ ਗਿਆ, ਹਮ ਛੁੱਟੇ। ਮਨ ਬੁੱਧੀ ਕਹਿੰਦੇ ਆ ਵੀ ਅਸੀਂ ਤਾਂ ਛੁੱਟ ਗਏ ਤੇਰੀ ਆਰਾਧਨਾ ਕਰਕੇ। ਆਪਨ ਛੁੱਟਣ ਕੋ ਤੁਮ ਯਤਨ ਕਰੋ, ਹੁਣ ਤੂੰ ਯਤਨ ਕਰ। ਹੁਣ ਸਾਡੇ ਮੂਲ ਨੇ ਯਤਨ ਕਰਨਾ, ਉਹਨੇ ਵੀ ਇੱਥੋਂ ਭਵ ਸਾਗਰ ਚੋਂ ਬਾਹਰ ਜਾਣਾ। ਭਰਮ ਦੇ ਅੰਡੇ ਤਾਂ ਉਹੀ ਬੰਦ ਹੈ, ਉਹਨੂੰ ਆਰਾਧਨਾ ਕਰਨੀ ਪਵੇਗੀ। ਉਸੇ ਲਈ ਗੁਰਬਾਣੀ 'ਚ ਬਚਨ ਆਉਂਦਾ, ਨਾਨਕ ਨਾਮ ਮਿਲੇ ਤਾਂ ਜੀਵਾਂ, ਕਿ ਹੁਣ ਮੈਨੂੰ ਨਾਮ ਚਾਹੀਦਾ। ਉੱਥੇ ਜਾ ਕੇ ਨਾਮ ਬਾਰੇ ਪਤਾ ਲੱਗਦਾ, ਪਹਿਲਾਂ ਨਾਮ ਬਾਰੇ ਨਹੀਂ ਪਤਾ। ਹੇ ਮੇਰੇ ਮਨਾ, ਗੁਰਬਾਣੀ ਤਾਂ ਆਤਮਿਕ ਸੁਗਿਆਨ ਹੈ। ਗੁਰਬਾਣੀ 'ਚ ਤਾਂ ਹੀ ਬਾਰ-ਬਾਰ ਗੱਲ ਗਿਆਨ ਦੀ ਕੀਤੀ ਗਈ ਹੈ। ਜਦੋਂ ਗਿਆਨ ਪੂਰਾ ਹੋ ਜਾਣਾ, ਪੂਰੀ ਸੋਝੀ ਆ ਜਾਣੀ, ਫੇਰ ਇਹਨੂੰ ਪਤਾ ਲੱਗਣਾ ਵੀ ਨਾਮ ਵੀ ਕੋਈ ਚੀਜ਼ ਹੈ। ਉਨਾ ਚਿਰ ਇਹਨੂੰ ਨਾਮ ਦਾ ਨਹੀਂ ਪਤਾ, ਪਰ ਤੂੰ ਤਾਂ ਹੁਣ ਪਹਿਲਾਂ ਹੀ ਨਾਮ ਮੰਨੀ ਬੈਠਾ। ਜੇ ਪਹਿਲਾਂ ਹੀ ਤੇਰੇ ਕੋਲ ਨਾਮ ਹੈ, ਫਿਰ ਤਾਂ ਤੇਰੇ ਅੰਦਰ ਭਰਮ ਰਹਿਣਾ ਹੀ ਨਹੀਂ ਚਾਹੀਦਾ, ਪਰ ਤੂੰ ਤਾਂ ਭਰਮ ਦੇ ਵਿੱਚ ਗਰਸਿਆ ਪਿਆ। ਗੁਰ ਪ੍ਰਸਾਦ ਭਰਮ ਕਾ ਨਾਸ ਹੈ। ਏਡੀ ਸਮਰੱਥਾ ਗੁਰਬਾਣੀ ਦੇ ਅੰਦਰ ਕਿ ਜੇ ਇਸ ਗਿਆਨ ਦੀ ਕਿਰਪਾ ਤੇਰੇ ਤੇ ਹੋ ਜਾਵੇ, ਇਹਦੇ ਦੁਆਰਾ ਤੂੰ ਆਪਣੇ ਗੁਰ ਨੂੰ, ਆਪਣੇ ਮੂਲ ਨੂੰ ਪਰਸ ਲਵੇਂ, ਤਾਂ ਭਰਮ ਤੇਰਾ ਦੂਰ ਹੋ ਜਾਊਗਾ। ਭਾਵ ਕਿ ਆ ਜਿਹੜਾ 84 ਵਾਲਾ ਭਰਮ ਹੈ, ਇਹ ਤੋਂ ਪਰੇ ਖੜੇਗਾ, ਇੱਕ ਹੋ ਜਾਏਗਾ। ਇੱਕ ਹੋਣ ਤੋਂ ਬਾਅਦ ਉੱਗਣ ਹੈ, ਉੱਗਿਆ ਉਸ ਨਾਮ ਦੀ ਬਰਕਤ ਨਾਲ ਹੀ ਜਾਂਦਾ ਹੈ। ਉਹ ਬਿਨਾਂ ਕੰਨਾਂ ਤੋਂ ਸੁਣਦਾ ਨਾਮ, ਇਹ ਕੰਨਾਂ ਨਾਲ ਸੁਣਨ ਵਾਲੀ ਗੁਰਬਾਣੀ ਹੈ। ਉਹ ਨੇਤਰਾਂ ਨਾਲ ਦਿਸਦਾ, ਇਹ ਅੱਖਾਂ ਨਾਲ ਦੀਂਦੀ ਹੈ। ਉਹ ਰਸਨਾ ਦੁਆਰਾ ਪੜ੍ਹਿਆ ਜਾਂਦਾ, ਇਹ ਜੀਭ ਦੁਆਰਾ ਪੜ੍ਹੀ ਜਾਂਦੀ ਹੈ। ਇਹ ਫਰਕ ਹੈ ਨਿਰਾਕਾਰੀ ਸਰੀਰ ਦਾ ਤੇ ਆਕਾਰੀ ਸਰੀਰ ਦਾ। ਅੱਖਾਂ ਵਾਜੋਂ ਵੇਖਣਾ, ਬਿਨ ਕੰਨੀ ਸੁਣਨਾ, ਹੱਥਾਂ ਵਾਜੋਂ, ਉੱਥੇ ਸਾਰਾ ਕੁਛ ਨਿਰਾਕਾਰੀ ਹੈ। ਜੀਭੇ ਵਾਜੋਂ ਬੋਲਣਾ, ਬਿਨ ਹੱਥੀਂ ਕਰਨਾ, ਉੱਥੇ ਜੀਭ ਦੀ ਲੋੜ ਨਹੀਂ ਹੈ। ਜੀਭ ਦੀ ਲੋੜ ਹੈ ਗਿਆਨ, ਜੋ ਗੁਰਬਾਣੀ ਹੈ। ਬਾਣੀ ਇਹ ਤੋਂ ਪਰੇ।
ਸੋ ਇਸੇ ਕਰਕੇ ਇਹ ਮੇਰੇ ਮਨਾ ਪਾਤਸ਼ਾਹ ਨੇ ਇੱਥੇ ਬਚਨ ਲਿਖਿਆ, ਭਾਵ ਕਿ ਜਿਹੜਾ ਗੁਰ ਪ੍ਰਸਾਦ ਹੈ, ਜਿਹੜਾ ਸਾਡਾ ਮੂਲ ਹੈ ਉਹ ਗੁਰ ਹੈ, ਉਹਦੇ ਤੇ ਬਖਸ਼ਿਸ਼ ਹੋਣੀ ਹੈ। ਹੁਣ ਉਹਦੇ ਤੇ ਬਖਸ਼ਿਸ਼ ਹੋਣੀ ਹੈ ਗੁਰਬਾਣੀ ਦੁਆਰਾ। ਗੁਰਬਾਣੀ ਵੀ ਗੁਰ ਹੈ, ਇਹ ਵੀ ਆਤਮਿਕ ਸੁਗਿਆਨ ਹੈ, ਕਿਉਂਕਿ ਜਿਨ੍ਹਾਂ ਨੇ ਲਿਖੀ ਹੈ ਉਹਨਾਂ ਦੇ ਅੰਦਰ ਬਾਣੀ ਪ੍ਰਗਟ ਸੀ, ਤੇ ਜਿਨ੍ਹਾਂ ਨੇ ਇਹਦੀ ਵਿਚਾਰ ਕੀਤੀ ਉਹਨਾਂ ਦੇ ਅੰਦਰ ਵੀ ਬਾਣੀ ਪ੍ਰਗਟ ਸੀ। ਭਾਵੇਂ ਤਿੰਨ ਪਾਤਸ਼ਾਹੀਆਂ ਨੇ ਗੁਰਬਾਣੀ ਨਹੀਂ ਲਿਖੀ, ਪਰ ਉਹਨਾਂ ਦੇ ਅੰਦਰ ਬਾਣੀ ਜ਼ਰੂਰ ਪ੍ਰਗਟ ਸੀ। ਆਤਮਿਕ ਗਿਆਨ ਦੀ ਬਖਸ਼ਿਸ਼ ਇਹ ਹੈ ਗੁਰ ਪ੍ਰਸਾਦ। ਸੋ ਇਹ ਆਉਂਦੀ ਕਿੱਥੋਂ ਹੈ? ਇਹ ਆਉਂਦੀ ਹੈ ਉਸ ਏਕੰਕਾਰ ਦੀ ਸਭਾ ਦੇ ਵਿੱਚ, ਜਿੱਥੇ ਉਹ ਪੂਰਨ ਜੋਤਾਂ ਸੁਭਾਏਮਾਨ ਨੇ ਸੱਚਖੰਡ ਦੇ ਅੰਦਰ, ਕਿਉਂਕਿ ਉਹ ਸਾਰੇ ਹੀ ਗੁਰ ਪ੍ਰਸਾਦੀ ਹਨ, ਕਿਉਂਕਿ ਉਹ ਸਾਰੀ ਕਿਰਪਾ ਵਾਲੇ ਨੇ। ਉਹਨਾਂ ਕੋਲੋਂ ਵਸਤੂ ਹੈ, ਦੱਦੈ ਦਾਤ ਰੱਖੀ ਹੱਥ ਆਪਣੇ, ਉਹਨਾਂ ਦੇ ਹੱਥ 'ਚ ਉਹ ਦਾਤ, ਜਿਸ ਭਾਵ ਹੈ ਤਿਸ ਦੇ। ਹੁਣ ਦੇਖੋ ਉੱਥੇ ਪਾਤਸ਼ਾਹ ਲਿਖਦੇ ਆ, ਜਿਸ ਭਾਵ ਹੈ, ਉਹਨਾਂ ਨੂੰ ਜਿਹੜਾ ਕੋਈ ਭਾਉਂਦਾ ਉਹਨੂੰ ਦਿੰਦੇ ਆ। ਹੁਣ ਗੁਰਬਾਣੀ ਤਾਂ ਸਭ ਕੋਲ ਹੈ, ਗੁਰਬਾਣੀ ਤੇ ਕੋਈ ਕੰਡੀਸ਼ਨ ਨਹੀਂ ਹੈ ਕਿ ਚਾਹੇ ਇਹਨੂੰ ਮੰਨੋ ਚਾਹੇ ਨਾ ਮੰਨੋ, ਕੋਈ ਵੀ ਪੜ੍ਹ ਸਕਦਾ ਹੈ। ਪਰ ਜਿਹੜੀ ਬਾਣੀ ਹੈ ਉਹ ਮੰਨਣੀ ਓ ਪੈਂਦੀ ਹੈ, ਉਹ ਤੇ ਕੋਈ ਮੁਨਕਰ ਨਹੀਂ ਹੋ ਸਕਦਾ, ਹੁਕਮ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਸਰੀਰ ਛੱਡਣਾ ਹੀ ਪਊਗਾ, ਜ਼ੋਰ ਲਾ ਲਓ ਨਹੀਂ ਰੁਕ ਸਕਦਾ, ਸਰੀਰ ਧਾਰਨਾ ਹੀ ਪਊਗਾ। ਹੁਕਮ ਹੈ, ਕੋਈ ਵੀ ਜਿੰਨਾ ਮਰਜ਼ੀ ਜੋ ਲਓ, ਇਹ ਨਹੀਂ ਕਿ ਮੈਂ ਸਰੀਰ ਨਹੀਂ ਧਾਰ ਸਕਦਾ। ਸਰੀਰ ਨੂੰ ਜਿਹੜਾ ਕੁਝ ਦੇਣਾ ਹੈ ਉਹ ਪਰਮੇਸ਼ਰ ਦੀ ਮਰਜ਼ੀ ਹੈ, ਮਿਲੂਗਾ ਹੀ ਮਿਲੂਗਾ, ਕੋਈ ਰੋਕ ਨਹੀਂ ਸਕਦਾ ਕਿ ਮੈਂ ਆਹ ਨਹੀਂ ਖਾਣਾ। ਪਤਾ ਹੁੰਦਾ ਜ਼ਹਿਰ ਖਾਣੀ ਮਾੜੀ ਗੱਲ ਹੈ, ਪਰ ਜਦੋਂ ਹੁਕਮ ਹੈ ਤਾਂ ਜ਼ਹਿਰ ਵੀ ਖਾਣੀ ਪੈ ਜਾਂਦੀ ਹੈ, ਕੋਈ ਬਦਲ ਨਹੀਂ ਸਕਦਾ। ਜੰਮਣ ਮਰਨਾ ਹੁਕਮ ਹੈ, ਇਹ ਜੋ ਸਰੀਰ ਕਰਕੇ ਜਨਮ ਮਰਨਾ ਜਿਹੜਾ ਸਾਨੂੰ ਭਰਮ ਪਿਆ ਹੋਇਆ, ਇਹ ਉਹਦੇ ਹੁਕਮ 'ਚ ਹੀ ਹੈ। ਆਤਮਿਕ ਤੌਰ ਤੇ ਅਸੀਂ ਇੰਡੀਪੈਂਡੈਂਟ ਹਾਂ, ਪਰ ਬਾਹਰਲੇ ਸਰੀਰ ਕਰਕੇ ਅਸੀਂ ਡਿਪੈਂਡਡ ਹਾਂ। ਅੰਦਰਲੇ ਸਰੀਰ ਦਾ ਤੇ ਬਾਹਰਲੇ ਸਰੀਰ ਦਾ ਫਰਕ ਹੈ। ਸੋ ਸਾਰੇ ਉਹ ਗੁਰ ਪ੍ਰਸਾਦੀ ਨੇ, ਬਖਸ਼ਿਸ਼ ਦੇ ਮਾਲਕ ਨੇ। ਜਿਹੜੀ ਜੋਤੀ ਉਹਨਾਂ ਨੂੰ ਭਾ ਜਾਂਦੀ ਹੈ ਵੀ ਇਹਨੇ ਸਾਡੀਆਂ ਸ਼ਰਤਾਂ ਪੂਰੀਆਂ ਕੀਤੀਆਂ ਨੇ, ਭਾਵ ਕਿ ਜਿਹੜਾ ਜੀਵ ਗੁਰਬਾਣੀ ਮੁਤਾਬਕ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ ਹੈ, ਉਹਨੂੰ ਭਾ ਜਾਂਦਾ ਹੈ ਵੀ ਇਹ ਠੀਕ ਹੈ, ਕਿਉਂਕਿ ਸਾਡੇ ਕਾਨੂੰਨ 'ਚ ਚੱਲਦਾ। ਗੁਰਬਾਣੀ ਸੱਚਖੰਡ ਦਾ ਕਾਨੂੰਨ ਹੈ, ਇਹਦੇ ਮੁਤਾਬਕ ਜਿਹੜੀ ਜੀਵ ਚੱਲਦਾ ਉਹ ਤੇ ਕੋਈ ਜੁਰਮਾਨਾ ਨਹੀਂ ਹੈ, ਪਰ ਜਿਹੜਾ ਕਾਨੂੰਨ ਤੋੜਦਾ ਉਹ ਤੇ ਜੁਰਮਾਨਾ ਹੈ। ਜਿਵੇਂ ਸਾਡੇ ਸੰਸਾਰ 'ਚ ਵੀ ਜੁਰਮਾਨਾ ਹੋ ਜਾਂਦਾ ਕਾਨੂੰਨ ਜਦੋਂ ਸੰਸਾਰੀ ਤੋੜਿਆ ਜਾਂਦਾ, ਇਸੇ ਤਰ੍ਹਾਂ ਜਦੋਂ ਕੋਈ ਨਿਰਾਕਾਰੀ ਕਾਨੂੰਨ ਨੂੰ ਤੋੜਦਾ ਜੁਰਮਾਨਾ ਉਹ ਤੇ ਵੀ ਲੱਗਦਾ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ। ਸੋ ਗੁਰਪ੍ਰਸਾਦੀ ਹਨ, ਭਾਵ ਸਾਰੇ ਦਾਤੇ ਨੇ। ਜਿਹੜਾ ਸਾਡਾ ਮੂਲ ਹੈ ਇਹ ਭਿਖਾਰੀ ਰੂਪ 'ਚ ਹੈ, ਕਿਉਂਕਿ ਇਹ ਅੱਧਾ ਹੈ। ਅੱਧਾ ਤਾਂ ਉਹਨਾਂ ਨਾਲ ਹੀ ਜੁੜਿਆ ਹੋਇਆ, ਅੱਧਾ ਮਾਇਆ 'ਚ ਵੀ ਜੁੜਿਆ ਹੋਇਆ। ਅੱਧਾ ਹਿੱਸਾ ਜਿਹੜਾ ਸਾਡਾ ਮਨ ਹੈ ਉਹ ਮਾਇਆ ਨਾਲ ਹੈ, ਤੇ ਅੱਧਾ ਹਿੱਸਾ ਜਿਹੜਾ ਸਾਡਾ ਮੂਲ ਹੈ ਉਹ ਸੱਚਖੰਡ ਵਾਲਿਆਂ ਨਾਲ ਹੈ। ਸਾਡੇ ਮੂਲ ਨੂੰ ਗੁਰ ਪ੍ਰਸਾਦ ਦਿੱਤਾ ਕਿ ਆਪਣੀ ਅਗਿਆਨਤਾ ਭਾਵ ਜੋ ਤੇਰਾ ਮਨ ਹੈ ਇਹਨੂੰ ਸ਼ੁੱਧ ਕਰ। ਸਾਡੇ ਗੁਰ ਦੇ ਉੱਪਰ ਕਿਰਪਾ ਹੈ, ਸਾਡੇ ਅੰਦਰ ਸਾਨੂੰ ਸੋਝੀ ਹੈ ਕਿ ਸੰਸਾਰ ਝੂਠ ਹੈ, ਨਾਲ ਕੁਛ ਨਹੀਂ ਜਾਣਾ, ਇੱਥੇ ਸਭ ਕੁਛ ਰਹਿ ਜਾਣਾ, ਪਰ ਫਿਰ ਵੀ ਇਹ ਛੱਡਦਾ ਨਹੀਂ ਹੈ। ਸੋ ਮਨ ਨੂੰ ਸ਼ੁੱਧ ਕਰੋ, ਤੇ ਜਦੋਂ ਮਨ ਸ਼ੁੱਧ ਹੋ ਗਿਆ ਤੇ ਇੱਕ ਹੋ ਜਾਂਦਾ ਹੈ, ਤੇ ਵਾਪਸ ਆਪਣੇ ਅਸਲੀ ਸਰੂਪ ਨੂੰ ਪਛਾਣੋ। ਸੋ ਜਿਵੇਂ ਪਾਤਸ਼ਾਹ ਬਾਰ-ਬਾਰ ਗੁਰਬਾਣੀ ਦੇ ਅੰਦਰ ਇਹ ਸਮਝਾਉਂਦੇ ਆ, ਮੈਂ ਇਹ ਪੰਕਤੀ ਬਹੁਤ ਕੋਟ ਕਰਦਾ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਆਪਾਂ ਗੁਰਬਾਣੀ 'ਚ ਹੋਰ ਵੀ ਬੇਅੰਤ ਸ਼ਬਦ ਨੇ ਸੱਚੇ ਪਾਤਸ਼ਾਹ ਨੇ ਦਰਗਾਹ 'ਚੋਂ ਭੇਜੇ, ਆਪਾਂ ਉਹਨਾਂ ਦੀ ਵਿਚਾਰ ਕਰਦੇ। ਜਿਵੇਂ ਪਹਿਲਾਂ ਮੈਂ ਬਚਨ ਦੀ ਵਿਚਾਰ ਕੀਤੀ ਕਿ ਗੁਰ ਪ੍ਰਸਾਦ ਭਰਮ ਕਾ ਨਾਸ, ਕਿ ਜਿਹੜਾ ਪ੍ਰਸਾਦ ਸਾਡੇ ਗੁਰ ਦੇ ਕੋਲ ਹੈ ਉਹੀ ਜੇ ਮਨ ਮੰਨ ਜਾਵੇ, ਉਸ ਪ੍ਰਸਾਦ ਨੂੰ ਲੈਣ ਵਾਸਤੇ ਮਨ ਮੰਨ ਜਾਵੇ,
ਤਾਂ ਉਹ ਸ਼ੁੱਧ ਹੋ ਜਾਂਦਾ ਹੈ। ਉਹਦੇ ਕੋਲ ਵਸਤੂ ਹੈ, ਜਿਹੜਾ ਸਾਡਾ ਗੁਰ ਹੈ ਉਹਦੇ ਕੋਲ ਵਸਤੂ ਹੈ, ਪਰ ਜਿਹੜਾ ਗੁਰ ਦਾ ਧਿਆਨ ਹੈ, ਮਨ ਹੈ, ਆਤਮ ਹੈ, ਉਹ ਨਹੀਂ ਉਸ ਗੱਲ ਨੂੰ ਮੰਨਦਾ। ਜੇ ਉਹ ਮੰਨ ਜਾਵੇ ਵੀ ਹਾਂ ਜਿਹੜੀ ਵਸਤੂ ਤੇਰੇ ਕੋਲ ਹੈ ਸਹੀ ਹੈ, ਤਾਂ ਗੱਲ ਬਣ ਜਾਂਦੀ ਹੈ। ਜਿਵੇਂ ਅਸੀਂ ਆਪਣੇ ਹੀ ਮਾਤਾ ਪਿਤਾ ਦਾ ਵਿਰੋਧ ਕਰ ਦਿੰਦੇ ਹਾਂ ਸੰਸਾਰੀ ਤੌਰ ਤੇ ਵੀ, ਤਾਂ ਝਗੜੇ ਦਾ ਕਾਰਨ ਬਣ ਜਾਂਦਾ ਹੈ। ਉਂਝ ਸਾਨੂੰ ਪਤਾ ਹੁੰਦਾ ਹੈ ਵੀ ਸਾਡੇ ਮਾਂ-ਬਾਪ ਦੀ ਜ਼ਮੀਨ ਸਾਨੂੰ ਮਿਲਣੀ ਹੈ, ਪਰ ਸਾਡੇ ਅੰਦਰ ਮੈਂ ਹੁੰਦੀ ਹੈ ਵੀ ਮੈਂ ਬਹੁਤ ਕੁਝ ਕਰ ਸਕਦਾ, ਇਹੀ ਝਗੜੇ ਦਾ ਕਾਰਨ ਬਣ ਜਾਂਦਾ ਹੈ। ਔਲਾਦ ਤਾਂ ਅਸੀਂ ਉਹਨਾਂ ਦੀ ਹੁੰਦੇ ਹਾਂ। ਇਸੇ ਤਰ੍ਹਾਂ ਜਿਹੜੀ ਆਤਮ ਹੈ ਜਾਂ ਮਨ ਹੈ, ਔਲਾਦ ਤਾਂ ਆਪਣੇ ਮੂਲ ਦੀ ਹੋਈ ਹੈ, ਉਹਦੇ ਚੋਂ ਹੀ ਪੈਦਾ ਹੋਇਆ ਮਨ। ਪਰ ਮਨ ਜਦੋਂ ਮਾਇਆ ਨੂੰ ਵੇਖਦਾ, ਚਮਕ ਦੇਖਦਾ, ਇਹ ਭੁੱਲ ਜਾਂਦਾ ਹੈ। ਸੋ ਭੁੱਲ ਕੇ ਫਿਰ ਉਹਦਾ ਵਿਰੋਧ ਕਰਦਾ ਹੈ। ਨਾਨਕ ਤਿੰਨ ਹੈ ਇਹ ਵਿਸ਼ਵਾਸ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਵਿਸ਼ਵਾਸ ਆ ਜਾਂਦਾ ਹੈ, ਜਿਹੜੇ ਇਸ ਗੱਲ ਤੇ ਭਰੋਸਾ ਕਰ ਲੈਂਦੇ ਆ ਕਿ ਜਿਹੜਾ ਸਾਡਾ ਗੁਰ ਹੈ, ਉਹਦੀ ਜਿਹੜੀ ਪ੍ਰਸਾਦ ਹੈ, ਉਹਦੀ ਜਿਹੜੀ ਬਖਸ਼ਿਸ਼ ਹੈ, ਉਹਨੂੰ ਜਿਹੜਾ ਪਰਸਣਾ ਹੈ, ਉਹ ਤੋਂ ਬਿਨਾਂ ਖੜਾ ਨਹੀਂ ਛੁੱਟਣਾ। ਤਾਂ ਉਹਨਾਂ ਦੇ ਅੰਦਰੋਂ ਭਰਮ ਦਾ ਨਾਸ ਹੋ ਜਾਂਦਾ ਹੈ। ਗੁਰਬਾਣੀ ਦੇ ਅੰਦਰ ਪਾਤਸ਼ਾਹ ਕਹਿੰਦੇ ਆ 1167 ਅੰਗ ਦੇ ਉੱਪਰ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੇ ਕਰਮੈ ਨਾਸ। ਹੁਣ ਗਿਆਨੈ ਕਾਰਨ ਕਰਮ ਅਭਿਆਸ। ਹੁਣ ਗਿਆਨ ਕਾਰਨ ਕਾਹਦਾ ਬਣਿਆ? ਕਰਮ ਦਾ, ਕਿ ਜਿਹੜੀ ਸਾਡੀ ਸੋਚ ਹੈ ਉਹਦੇ ਲਈ ਅਭਿਆਸ ਕੀਤਾ ਜਾਂਦਾ ਬਾਰ-ਬਾਰ, ਕਿ ਸਾਡੇ ਅੰਦਰ ਜਿਹੜੀ ਸਾਡੀ ਸੋਚ ਆ ਉਹ ਮਾਇਆ ਵਾਲੀ ਨਾ ਰਹੇ, ਸੱਚ ਵਾਲੀ ਹੋਵੇ। ਉਹਦੇ ਵਾਸਤੇ ਸਾਨੂੰ ਗਿਆਨ ਦੀ ਲੋੜ ਪੈਂਦੀ ਹੈ। ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ। ਹੁਣ ਉਹਦਾ ਅਰਥ ਇਹ ਨਹੀਂ ਵੀ ਕਛੁਕ ਥੋੜ੍ਹਾ ਜਿਹਾ ਗਿਆਨ, ਭਾਵ ਕਿ ਜਿੰਨਾ ਚਿਰ ਤੇਰੇ ਅੰਦਰੋਂ ਕਲਪਨਾ ਖਤਮ ਨਹੀਂ, ਤਾਂ ਹੀ ਉੱਥੇ ਸ਼ਬਦ ਲੱਗਿਆ, ਕੱਕਾ ਲੱਗਿਆ ਪਿੱਛੇ, ਕਛੁਕ, ਕਿ ਜਿੰਨਾ ਚਿਰ ਤੇਰੇ ਅੰਦਰੋਂ ਮਾਇਆ ਦੀ ਭੁੱਖ ਖਤਮ ਨਹੀਂ ਹੁੰਦੀ, ਉਨਾ ਚਿਰ ਤੈਨੂੰ ਗਿਆਨ ਲੈਣਾ ਪਊਗਾ। ਕਿਉਂਕਿ ਗਿਆਨ ਤੋਂ ਬਿਨਾਂ ਮਨ ਮਾਇਆ ਚੋਂ ਬਾਹਰ ਨਹੀਂ ਜਾ ਸਕਦਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਉੱਥੇ ਜਿਹੜਾ ਗੁਰ ਹੈ ਉਹਦੇ ਰਾਰੇ ਨੂੰ ਔਂਕੜ ਪਈ ਹੋਈ, ਕਿ ਜਾਂ ਤਾਂ ਕੋਈ ਸਰੀਰ ਕਰਕੇ ਪੂਰੀ ਸੋਝੀ ਦਾ ਮਾਲਕ ਹੋਵੇ, ਜਿਵੇਂ ਪਾਤਸ਼ਾਹੀਆਂ ਸਨ, ਉਹੀ ਸ਼ਬਦ ਗੁਰੂ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋਵੇ, ਉਸ ਉਪਦੇਸ਼ ਦੇਵੇ, ਤੇ ਜਾਂ ਫਿਰ ਅੱਜ ਗੁਰਬਾਣੀ ਹੈ, ਕਿਉਂਕਿ ਗੁਰਬਾਣੀ ਵੀ ਪੂਰੇ ਗੁਰ ਦੀ ਹੈ, ਉਹਨਾਂ ਦੇ ਹਿਰਦੇ 'ਚੋਂ ਹੀ ਬਾਹਰ ਆਈ ਹੈ। ਸੋ ਗਿਆਨੈ ਕਾਰਨ, ਕਿ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਕੀ ਕਰਨਾ ਪਊਗਾ? ਕਰਮ ਅਭਿਆਸ। ਆਪਣੀ ਸੋਚ ਨੂੰ ਵਾਰ-ਵਾਰ ਗਿਆਨ ਨਾਲ ਜੋੜਨਾ ਪਊਗਾ, ਵਾਰ-ਵਾਰ ਗੁਰਬਾਣੀ ਤੋਂ ਸੋਝੀ ਲੈਣ ਪਿਆ, ਬਾਰ ਪ੍ਰਭ ਜਪੀ ਹੈ, ਬਾਰ-ਬਾਰ ਆਪਣੇ ਪ੍ਰਭ ਨੂੰ ਜਾਣਨਾ ਪਊਗਾ, ਬਾਰ-ਬਾਰ ਆਪਣੇ ਮੂਲ ਦੀ ਸੋਝੀ ਲੈਣੀ ਪਊਗੀ। ਗਿਆਨ ਪਿਆ, ਜਦੋਂ ਗਿਆਨ ਹੋ ਗਿਆ, ਦੇਖੋ ਹੁਣ ਇੱਥੇ ਗਿਆਨ ਦੇ ਨੰਨੇ ਨੂੰ ਔਂਕੜਾ, ਜਦੋਂ ਉਹ ਗਿਆਨ ਹੋਇਆ ਆਪਣੇ ਮੂਲ ਦਾ, ਤਾਂ ਕੀ ਉਹ ਤਹਿ ਕਰਮ ਹੈ ਨਾਸ। ਫਿਰ ਜਿਹੜੀ ਹਉਮੈ ਭਰੀ ਸੋਚ ਹੈ, ਇੱਥੇ ਰਹਿਣ ਦੀ ਜਿਹੜੀ ਅੰਦਰ ਖਿੱਚ ਹੈ ਵੀ ਇਹ ਸੰਸਾਰ 'ਚ ਰਹਿਣਾ, ਇੱਥੇ ਹੀ ਸਾਰਾ ਕੁਝ ਬਣਾਉਣਾ, ਮਾਇਆ 'ਚ ਹੀ ਸਾਰਾ ਕੁਝ ਕਰਕੇ ਜਾਣਾ, ਅੱਗੇ ਦੀ ਕੋਈ ਸੋਝੀ ਨਹੀਂ। ਕਹਿਣ ਨੂੰ ਜ਼ਰੂਰ ਕਹੀ ਜਾਂਦਾ ਵੀ ਅੱਗੇ ਜਾਣ, ਪਰ ਪਕੜ ਮਾਇਆ 'ਚ ਹੈ, ਸਾਰਾ ਕੁਝ ਹੀ ਮਾਇਆ 'ਚ ਬਣਾਈ ਬੈਠਾ, ਪਰ ਅੱਗੇ ਬਾਰੇ ਕਹਿੰਦਾ ਜ਼ਰੂਰ ਆ ਵੀ ਅੱਗੇ ਵੀ ਕਿਤੇ ਜਾਣਾ, ਪਰ ਇਹਦਾ ਮਤਲਬ ਅੱਗੇ ਬਾਰੇ ਕੁਝ ਨਹੀਂ ਪਤਾ। ਜਿਹਨੂੰ ਪਤਾ ਉਹ ਨਹੀਂ ਇੱਥੇ ਬਣਾਉਂਦਾ। ਉਹ ਤਾਂ ਕਹਿੰਦਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹਰ ਨਾ ਬਬਜਲ ਫੇਰਾ। ਉਹ ਕਹਿੰਦਾ ਖਹਿੜਾ ਛੜਾ। ਅੰਗ 747 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਵਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਰਹਾਓ, ਹੇ ਮੇਰੇ ਮਨਾ ਹੁਣ ਦੇਖ ਇੱਥੇ ਵਚਨ ਕੀ ਲਿਖਿਆ, ਗੁਰ ਪ੍ਰਸਾਦੀ ਤਰੀਐ। ਗੁਰ ਪ੍ਰਸਾਦੀ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ, ਭਾਵ ਆਤਮਿਕ ਸੋਝੀ ਪ੍ਰਾਪਤ ਕੀਤੀ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ, ਜਿੰਨਾ ਚਿਰ ਸਵੈਮ ਆਪਣੇ ਆਪ ਨੂੰ ਸੋਝੀ ਨਹੀਂ ਆਉਂਦੀ। ਜੇ ਕਹਿੰਦੇ ਵੀ ਕਿਸੇ ਕੋਲ ਸੋਝੀ ਹੋ ਤਾਂ ਉਹਨੂੰ ਫਾਇਦਾ ਹੈ, ਉਹ ਤਰ ਜੂਗਾ। ਜੇ ਹੁਣ ਦੋ ਬੰਦੇ ਕਿਨਾਰੇ ਤੇ ਖੜਿਆ, ਇੱਕ
ਤੈਰਨਾ ਜਾਣਦਾ, ਇੱਕ ਤੈਰਨਾ ਨਹੀਂ ਜਾਣਦਾ। ਜਿਹੜਾ ਤੈਰਨਾ ਜਾਣਦਾ ਤਾਂ ਪਾਰ ਚਲੇ ਜਾਊਗਾ, ਜਿਹੜਾ ਤੈਰਨਾ ਨਹੀਂ ਜਾਣਦਾ ਉਹ ਕਿਵੇਂ ਚਲੇ ਜਾਊਗਾ ਪਾਰ। ਜੇ ਕਹਾਂਗੇ ਵੀ ਉਹ ਫੜ ਕੇ ਪਾਰ ਕਰੂਗਾ, ਫੜ ਕੇ ਪਾਰ ਉਹ ਆਪਣੇ ਆਪ ਨੂੰ ਬਚਾਊ ਜਾਂ ਉਹਨੂੰ ਬਚਾਊਗਾ, ਕਿਉਂਕਿ ਉਹ ਵਜਨ ਲੱਦੂਗਾ, ਉਹਨੂੰ ਖਿੱਚੂਗਾ, ਉਹਦਾ ਆਪਣਾ ਜ਼ੋਰ ਘਟੂਗਾ, ਫਿਰ ਉਹ ਵੀ ਡੁੱਬ ਸਕਦਾ ਹੈ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਬ੍ਰਹਮ ਦੇ ਵਿੱਚ। ਸੰਤੋ ਸਾਗਰ ਪਾਰ ਉਤਰੀਏ। ਸੰਤ ਹੋ, ਸ਼ੁੱਧ ਹੋ, ਆਪਣੇ ਮੂਲ ਨਾਲ ਜੁੜ, ਹਉਮੈ ਛੱਡ, ਫਿਰ ਸਾਗਰ ਪਾਰ ਉਤਰੀਆ। ਜਿਹੜਾ ਸਾਗਰ ਹੈ ਨਾ, ਭਵ ਸਾਗਰ, ਚਿੰਤਾ ਦਾ, ਹਉਮੈ ਦਾ, ਹੰਕਾਰ ਦਾ, ਇਹ ਚੋਂ ਪਾਰ ਜਾ ਸਕਦਾ। ਦੇਖੋ ਪਾਰ ਗਿਆ, ਹਜੇ ਅਗਾਂਹ ਵੀ ਰਸਤਾ ਹੈ, ਦਰਵਾਜ਼ੇ ਤੱਕ ਹੀ ਜਾ ਸਕਦੇ ਹਾਂ। ਗੁਰਬਾਣੀ ਦਰਵਾਜ਼ੇ ਤੱਕ ਹੀ ਲੈ ਜਾਂਦੀ ਹੈ, ਬਾਣੀ ਨੇ ਅੰਦਰ ਵੜਨਾ। ਆਰਾਧਨਾ ਆਰਾਧਨੀਕਾ, ਹਰ ਹਰ ਨਾਮ ਆਰਾਧਨਾ। ਆਰਾਧਨਾ ਦਰਵਾਜ਼ੇ ਦੇ ਖੜਕੀ ਹੁੰਦੀ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ 100 ਦਰ, 100 ਘਰ, ਦੋ ਗੱਲਾਂ ਨੇ, ਇੱਕ ਦਰ ਹੈ, ਇੱਕ ਘਰ ਹੈ। ਦਰ ਤੱਕ ਹੀ ਜਾ ਸਕਦੇ ਹਾਂ ਅਸੀਂ ਗੁਰਬਾਣੀ ਦੁਆਰਾ। ਘਰ ਦੇ ਅੰਦਰ ਮਾਲਕ ਬੈਠਾ, ਮਾਲਕ ਦੀ ਮਰਜ਼ੀ ਆ, ਬੁਲਾਵੇ ਜਾਂ ਨਾ ਬੁਲਾਵੇ, ਇਹ ਉਹਦੀ ਆਪਣੀ ਖੁਸ਼ੀ ਹੈ, ਉਹ ਨਾ ਬੁਲਾਵੇ। ਜੇ ਉਹ ਬੁਲਾ ਲਵੇ ਤਾਂ ਵੀ ਵਾਹ, ਨਹੀਂ ਬੁਲਾਵੇ ਤਾਂ ਵੀ ਵਾਹ। ਤਾਂ ਪਾਤਸ਼ਾਹ ਨੇ ਇੱਥੇ ਬਚਨਾ, ਜੇ ਕੋ ਬਚਨ ਕਮਾਵੈ ਸੰਤਨ ਕਾ। ਜੇ ਕੋਈ ਬਚਨ ਕਮਾ ਲਵੇ, ਹੁਣ ਬਚਨ ਕਮਾਉਣਾ ਪੈਂਦਾ ਹੈ। ਸੰਤਨ ਕਾ, ਸਾਰੇ ਸੱਚਖੰਡ ਦਾ। ਸਾਰੇ ਸੱਚਖੰਡ ਦਾ ਬਚਨ ਕੀ ਆ? ਗੁਰਬਾਣੀ ਹੈ। ਜਿਨ੍ਹਾਂ ਨੇ ਗੁਰਬਾਣੀ ਲਿਖਿਆ ਉਹ ਸਾਰੇ ਸੰਤਨ ਹੀ ਸੀ, ਸ਼ੁੱਧ ਸਰੂਪ ਸੀ। ਸੰਤਨ ਉਹਨਾਂ ਜਿਨ੍ਹਾਂ ਦੇ ਤਨ ਦੇ ਅੰਦਰ, ਹਿਰਦੇ ਦੇ ਅੰਦਰ ਸੱਚ ਹੈ, ਹੁਕਮ ਹੈ। ਉਹਨਾਂ ਨੇ ਕੋਈ ਬਚਨ ਕੀਤਾ, ਉਹਦੀ ਕਮਾਈ ਕਰਨੀ। ਸੋ ਗੁਰ ਪ੍ਰਸਾਦੀ ਤਰੀਏ, ਉਹਨਾਂ ਦੇ ਉੱਪਰ ਕਿਰਪਾ। ਗੁਰ ਪ੍ਰਸਾਦੀ, ਕਿਉਂਕਿ ਜਿਹੜਾ ਕਿਰਪਾ ਉਹਨਾਂ ਦੇ ਉੱਪਰ ਹੋਈ, ਉਹੀ ਕਿਰਪਾ ਉਹਦੇ ਤੇ ਹੋ ਜਾਣੀ ਹੈ। ਜਿਹੜਾ ਨਾਮ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਸੀ, ਉਹੀ ਨਾਮ ਦੂਸਰੇ ਪਾਤਸ਼ਾਹ ਦੇ ਸੀ। ਜਿਹੜਾ ਨਾਮ ਧਰੂ ਜੀ ਦੇ ਹਿਰਦੇ 'ਚ ਸੀ, ਉਹੀ ਪ੍ਰਹਲਾਦ ਜੀ ਦੇ ਹਿਰਦੇ 'ਚ ਸੀ। ਜਿਹੜਾ ਨਾਮ ਪਾਤਸ਼ਾਹ ਕਬੀਰ ਸਾਹਿਬ ਦੇ ਹਿਰਦੇ 'ਚ ਸੀ, ਸੋਈ ਨਾਮ ਪਾਤਸ਼ਾਹ ਨਾਮਦੇਵ ਜੀ ਦੇ ਹਿਰਦੇ 'ਚ ਸੀ। ਨਾਮ ਨੇ ਤਾਰਿਆ, ਕਬੀਰ ਸਾਹਿਬ ਨੇ ਨਹੀਂ ਕਿਸੇ ਨੂੰ ਤਾਰਿਆ, ਗੁਰੂ ਨਾਨਕ ਸਾਹਿਬ ਨੇ ਨਹੀਂ ਕਿਸੇ ਨੂੰ ਤਾਰਿਆ, ਨਾਮ ਤਾਰਦਾ। ਗੁਰੂ ਨਾਨਕ ਸਾਹਿਬ ਬਾ ਕਬੀਰ ਸਾਹਿਬ ਜੀ ਉਪਦੇਸ਼ਕ ਨੇ, ਇਹਨਾਂ ਨੇ ਉਪਦੇਸ਼ ਦਿੱਤਾ ਵੀ ਦੇਖੋ, ਸਿੱਧਾ ਲਿਖਿਆ, ਜੇ ਕੋ ਬਚਨ ਕਮਾ। ਕੋਈ ਵੀ ਬਚਨ ਕਮਾ ਸਕਦਾ, ਕੋਈ ਸਪੈਸ਼ਲ ਬੰਦਾ ਨਹੀਂ ਵੀ ਇਹੀ ਬਚਨ ਕਮਾਊਗਾ, ਕੋਈ ਵੀ ਕਮਾ ਸਕਦਾ। ਅੱਜ ਗੁਰਬਾਣੀ ਸਵੈਮ ਸਾਡੇ ਕੋਲ ਹੈ, ਕੋਈ ਵੀ ਗੁਰਬਾਣੀ ਤੋਂ ਸੁਰਜੀ ਪ੍ਰਾਪਤ ਕਰ ਸਕਦਾ, ਕੋਈ ਵੀ ਆਪਣੇ ਮਨ ਨੂੰ ਮਾਇਆ ਚੋਂ ਬਾਹਰ ਲਿਜਾ ਸਕਦਾ। ਪਰ ਜਿਹੜਾ ਲੈ ਗਿਆ ਉਹ ਸੋ ਗੁਰ ਪ੍ਰਸਾਦੀ ਤਰੀ ਹੈ, ਉਹ ਤਰੂਗਾ ਹੀ ਤਰੂਗਾ। ਦੇਖੋ ਤਰੀ ਹੈ, ਉਹ ਪਾਰ ਜਾਊਗਾ, ਉਹਨੂੰ ਲੈ ਕੇ ਜਾਂਦਾ ਨਾਮ, ਆਪ ਲੈ ਕੇ ਜਾਂਦਾ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ, ਕਹਿੰਦੇ ਆਓ ਜੀ, ਜੀ ਆਇਆਂ ਨੂੰ ਬੈਠੋ। ਸੋ ਹੁਣ ਦੇਖੋ ਇੱਥੇ ਬਚਨ ਗੁਰ ਪ੍ਰਸਾਦੀ ਲਿਖਿਆ, ਭਾਵ ਗਿਆਨ ਪ੍ਰਾਪਤ ਕਰਕੇ ਹੀ ਵਾਪਸੀ ਹੈ। ਤੇ ਜੇ ਗਿਆਨ ਨਹੀਂ ਪ੍ਰਾਪਤ ਹੋਇਆ ਤਾਂ ਉਹਦੇ ਪ੍ਰਤੀ ਵੀ ਪਾਤਸ਼ਾਹ ਕਹਿੰਦੇ ਆ, ਅੰਗ 953 ਦੇ ਉੱਪਰ, ਪੰਡਤ ਰੋਵੈ ਗਿਆਨ ਗਵਾਏ। ਕਹਿੰਦੇ ਜਿਹੜਾ ਪੰਡਤ ਹੈ, ਜਿਹੜਾ ਮਨ ਹੈ, ਮਾਇਆ ਦਾ ਗਿਆਨ ਪ੍ਰਾਪਤ ਕਰਦਾ, ਗੁਰਬਾਣੀ ਨੂੰ ਵੀ ਮਾਇਆ ਚ ਰਥਾਉਂਦਾ, ਉਹ ਪੰਡਤ ਹੈ। ਪੰਡਤ ਦੁਆਰਾ, ਮਨ ਦੇ ਦੁਆਰਾ ਜਦੋਂ ਮਾਇਆ ਲਈ ਗੁਰਬਾਣੀ ਵਰਤਾਈ ਜਾਂਦੀ ਹੈ ਤਾਂ ਰੋਵ ਹੈ, ਇਹ ਰੋਂਦਾ ਹੀ ਹੈ। ਫਿਰ ਮਨ, ਵੱਡੇ ਵੱਡੇ ਅੱਜ ਧਰਮ ਦੇ ਆਗੂ ਰੋਂਦੇ ਹੈ, ਉਹਨਾਂ ਦਾ ਦਰਗਾਹ ਤੋਂ ਰੋਣਾ ਕੀ ਹੈ? ਉਹ ਮਾਇਆ ਮੰਗਦੇ ਆ। ਘੰਟਾ 2 ਘੰਟਾ ਗੁਰਬਾਣੀ ਦੀ ਕਥਾ ਕੀਤੀ, ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ, ਬਾਅਦ 'ਚ ਉਹੀ ਗੱਲ ਕਹਿਣੀਆਂ ਨੇ ਵੀ ਭਾਈ ਮਾਇਆ ਦਿਓ, ਮਾਇਆ ਬਿਨਾਂ ਨਹੀਂ ਸਰਦਾ, ਬਹੁਤ ਲੋੜ ਹੈ। ਫਿਰ ਭਰੋਸਾ ਨਹੀਂ ਹੈ। ਜਿਨ੍ਹਾਂ ਨੂੰ ਭਰੋਸਾ ਉਹ ਮੰਗਦੇ ਨਹੀਂ ਹੈ, ਸੋ ਮੰਗ ਹੈ ਭੁੱਖਾ ਰਹੇ। ਉਹਨਾਂ ਨੂੰ ਪਤਾ ਦਰਗਾਹ 'ਚ ਭੁੱਖੇ ਰਹਿ ਜਾਣਗੇ। ਜੋ ਆ ਗਿਆ ਉਹ ਪਰਮੇਸ਼ਰ ਵੱਲੋਂ ਆਇਆ, ਉਹਨੂੰ ਵਰਤਣਾ, ਜਿੰਨੀ ਲੋੜ ਆ ਉਨਾ ਵਰਤਣਾ,
ਜਿਹੜਾ ਵੱਧ ਗਿਆ ਉਹ ਕਿਸੇ ਨੂੰ ਦੇਣਾ, ਰੱਖਣਾ ਨਹੀਂ ਸਾਂਭ ਕੇ। ਬੜੀ ਔਖੀ ਘਟਨਾ ਹੈ, ਪਰ ਇਸ ਤੋਂ ਬਿਨਾਂ ਮਨਾ ਦਰਗਾਹ 'ਚ ਨਹੀਂ ਜਾਇਆ ਜਾਊਗਾ, ਇੱਥੇ ਰਹਿ ਜਾਏਗਾ। ਪੰਡਤ ਰੋਵੇ ਗਿਆਨ ਗਵਾਏ, ਕਹਿੰਦੇ ਉਹ ਤਾਂ ਰੋਂਦੇ ਹੈ, ਕਿਉਂਕਿ ਉਹਨਾਂ ਨੇ ਗਿਆਨ ਪ੍ਰਾਪਤ ਕਰਨਾ ਸੀ। ਉਹ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲ ਗਿਆਨ ਸੀ ਗਵਾ ਲਿਆ, ਭਾਵ ਕਿ ਉਹ ਗਿਆਨ ਲਿਆ ਹੀ ਨਹੀਂ ਉਹਨਾਂ ਨੇ, ਉਹ ਮੌਕਾ ਹੀ ਗਵਾ ਕੇ ਚਲੇ ਗਏ। ਹੇ ਮੇਰੇ ਮਨਾ, ਤੂੰ ਤਾਂ ਮੌਕਾ ਗਵਾ ਕੇ ਜਾ ਰਹੇ ਹੈ। ਕਿਉਂਕਿ ਉਸ ਵੇਲੇ ਪੰਡਤ ਕਹਿੰਦਾ ਸੀ ਮੇਰੇ ਕੋਲ ਗਿਆਨ ਹੈ, ਪਾਤਸ਼ਾਹ ਕਹਿੰਦੇ ਤੁਹਾਨੂੰ ਤਾਂ ਗਿਆਨ ਬਾਰੇ ਪਤਾ ਹੀ ਨਹੀਂ। ਬਾਹਮਣ ਗੁਰੂ ਹੈ ਜਗਤ ਕਾ, ਕਹਿੰਦੇ ਤੂੰ ਤਾਂ ਗੁਰੂ ਬਣਿਆ ਬੈਠਾ। ਫਿਰ ਸੰਸਾਰ ਦਾ ਗੁਰੂ ਕੌਣ ਹੈ? ਭਗਤਨ ਕਾ ਗੁਰ ਨਾ ਹੈ, ਕਹਿੰਦੇ ਭਗਤਾਂ ਦਾ ਤਾਂ ਗੁਰ ਵੀ ਨਹੀਂ ਹੈਗਾ। ਜਿਹੜੀ ਸੋਝੀ ਭਗਤਾਂ ਕੋਲ, ਤੈਨੂੰ ਤਾਂ ਪਤਾ ਵੀ ਨਹੀਂ ਵੀ ਕੀ ਹੁੰਦੀ ਆ ਉਹ। ਤੈਨੂੰ ਤਾਂ ਆਤਮਾ ਬਾਰੇ ਕੋਈ ਸੋਝੀ ਹੋ ਨਹੀਂ, ਤੂੰ ਜਾਣਦਾ ਜ਼ਰੂਰ ਹੈ ਵੀ ਆਤਮਾ ਹੁੰਦੀ, ਆਤਮਾ ਹੁੰਦੀ, ਪਰ ਹੈ ਕੀ? ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਦੱਸ ਕਹਿੰਦੇ ਮਨ ਕੀ ਹੁੰਦਾ? ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ ਲਿਖਿਆ ਹੈ। ਹੇ ਮੇਰੇ ਮਨਾ, ਮਨ ਵੇਚਣਾ ਹੈ, ਤੂੰ ਕੀ ਕਰਦਾ? 4 ਪੈਸੇ ਦੇ ਕੇ ਕਹਿੰਦਾ ਕਿਰਪਾ ਹੋ ਗਈ। ਉਹ ਕਿਰਪਾ ਨਹੀਂ ਹੋਈ, ਉਹ ਤੂੰ ਜ਼ਹਿਰ ਖਾ ਕੇ ਆਇਆ, ਜ਼ਹਿਰ 'ਚ ਵਾਧਾ ਹੋਇਆ। ਸਾਡੇ ਤਾਂ ਦਾਨ ਵੀ ਮਾਇਆ ਦੇ ਗਿਣੀ ਜਾਂਦੇ ਆ, ਜਦ ਕਿ ਦਾਨ ਨਾਮ ਦਾ ਹੁੰਦਾ, ਉਹ ਦਰਗਾਹ 'ਚੋਂ ਮਿਲਦਾ, ਸੰਸਾਰ 'ਚ ਦਾਨ ਨਹੀਂ ਹੁੰਦਾ। ਸੋ ਬਹੁਤ ਫਰਕ ਹੈ। ਇਹ ਮੇਰੇ ਮਨਾ, ਗੁਰਬਾਣੀ ਕੁਛ ਹੋਰ ਕਹਿੰਦੀ ਹੈ। ਸੋ ਪੰਡਤ ਰੋਵੇ ਗਿਆਨ ਗਵਾਏ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਮਨ ਹੈ। ਜਦੋਂ ਗੁਰ ਪ੍ਰਸਾਦੀ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਪੂਰੀ ਸੋਝੀ ਆ ਜਾਂਦੀ ਹੈ, ਜੀਵਤ ਮਰੈ, ਜਿਹੜਾ ਮਨ ਆਪਣੇ ਆਪ ਨੂੰ ਜਿਉਂਦਾ ਮੰਨਦਾ ਸੀ, ਮੈਂ ਹੀ ਜਿਉਂਦਾ, ਉਦੋਂ ਹੀ ਚੁੱਪ ਹੋ ਜਾਂਦਾ। ਤਾਂ ਚੁੱਪ ਕਰਨਾ ਹੀ ਮਰਨਾ ਹੈ। ਤਾਂ ਮਨ ਹੀ ਤੇ ਮਨ ਹੈ। ਹੁਣ ਦੇਖੋ ਇੱਥੇ ਮਨ ਪਹਿਲਾ ਸ਼ਬਦ ਮੁਕਤ ਹੈ, ਦੂਜੇ ਮਨ ਦੇ ਨਾਲ ਔਂਕੜ, ਭਾਵ ਕਿ ਜਿਹੜੀ ਜੋਤ ਹੈ ਉਹ ਆਪਣੇ ਆਪ ਨੂੰ ਜਾਣ ਲੈਂਦੀ ਹੈ। ਉਹ ਮੰਨ ਜਾਂਦੇ ਵੀ ਮੈਂ ਹੀ ਜੋਤ ਸਰੂਪ ਹੈ, ਹੋਰ ਕੋਈ ਨਹੀਂ। ਆਤਮ ਚੀਨ ਪ੍ਰਾਤਮ ਸੋਈ, ਜਿਨ ਕੋ ਮਨ ਕੀ ਪ੍ਰਤੀਤ ਨਹੀਂ, ਨਾਨਕ ਸੇ ਕਿਆ ਕਥਾ ਗਿਆਨ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ ਕੋ ਮਨ ਕੀ ਪ੍ਰਤੀਤ, ਜਿਨ੍ਹਾਂ ਨੂੰ ਕਹਿੰਦੇ ਆਪਣੇ ਮਨ ਬਾਰੇ ਹੀ ਨਹੀਂ ਪਤਾ, ਆਪਣੇ ਮਨ ਦੀ ਹੋਈ ਸੋਚੀ ਨਹੀਂ ਵੀ ਮਨ ਕੋਈ ਚੀਜ਼ ਹੈ। ਕਹਿੰਦੇ ਸੇ ਕਿਆ ਕਥਾ ਗਿਆਨ, ਕਹਿੰਦੇ ਉਹ ਕਿੱਥੇ ਕਥਾ ਕਰ ਸਕਦੇ ਗਿਆਨ ਦੀ, ਉਹਨਾਂ ਨੂੰ ਗਿਆਨ ਬਾਰੇ ਨਹੀਂ ਪਤਾ। ਉਹ ਅੱਜ ਵੀ ਮੈਂ ਬਹੁਤ ਦੇਖੇ ਜਿਹੜੇ ਕਹਿੰਦੇ ਜੀ ਗਿਆਨ ਦੀ ਤਾਂ ਕੋਈ ਲੋੜ ਹੀ ਨਹੀਂ, ਗਿਆਨ ਨਾਲ ਤਾਂ ਬੰਦਾ ਭਟਕ ਜਾਂਦਾ ਜੀ, ਇਹ ਖਰੜ ਗਿਆਨ ਹੁੰਦਾ। ਪਰ ਗੁਰਬਾਣੀ ਦਾ ਬਾਰ-ਬਾਰ ਗਿਆਨ ਦੀ ਗੱਲ ਕਰਦੇ। ਉਹ ਕਹਿੰਦੇ ਧਿਆਨ ਕਰੋ, ਗੁਰਬਾਣੀ ਕਹਿੰਦੀ ਧਿਆਨ ਕਿਹਦਾ ਕਰਨਾ? ਕਹਿੰਦੀ ਪਰਮੇਸ਼ਰ ਦਾ ਕਰੋ। ਨਾਲੇ ਤਾਂ ਕਈ ਪਰਮੇਸ਼ਰ ਦਾ ਰੂਪ ਰੇਖ ਰੰਗ ਕੁਛ ਨਹੀਂ ਹੈਗਾ, ਨਾਲੇ ਦਾ ਧਿਆਨ ਵੀ ਕਰੀ ਜਾਣਾ। ਜਿਹਦਾ ਕੁਛ ਹੈ ਹੀ ਨਹੀਂ ਉਹਦਾ ਧਿਆਨ ਕਿਵੇਂ ਕਰੋਗੇ? ਗੁਰਬਾਣੀ ਕਹਿੰਦੀ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਪਹਿਲਾਂ ਗਿਆਨ ਲੈਣਾ ਪਊ ਵੀ ਧਿਆਨ ਕਾਜ ਕਰਨਾ। ਪਹਿਲਾਂ ਆਪਣੀ ਸੋਚ ਤਾਂ ਬੰਦ ਕਰੋ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੈ ਨਾਸ। ਪਹਿਲਾਂ ਹੰਗਤਾ ਭਰੀ ਸੋਚ ਤਾਂ ਖਤਮ ਕਰ। ਪਹਿਲਾਂ ਗਿਆਨ ਲੈ ਕੇ ਸੋਚ ਖਤਮ ਕਰਨੀ ਹੈ, ਫੇਰ ਪਤਾ ਲੱਗਣਾ ਵੀ ਧਿਆਨ ਕੀ ਕਰਨਾ। ਧਿਆਨ ਉਹਦਾ ਸ਼ਬਦ 'ਚ, ਹੁਕਮ 'ਚ, ਵੀ ਹੁਣ ਹੁਕਮ ਪ੍ਰਗਟ ਹੋਣ ਵਾਲਾ ਹੀ ਹੈ। ਬਸ ਜਦੋਂ ਹੁਕਮ ਪ੍ਰਗਟ ਹੋ ਗਿਆ ਮੰਨ ਲੈਣਾ ਬਸ। ਸੋ ਇੱਥੋਂ ਤੱਕ ਗੁਰਪ੍ਰਸਾਦ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਹੈ। ਫਿਰ ਵੀ ਜੇ ਕੋਈ ਊਣ ਤਾਣੀ ਹੋਈ ਹੋਵੇ ਤਾਂ ਦਾਸ ਖਿਮਾ ਦਾ ਜਾਚਕ ਹੈ, ਸੋਝੀ ਜ਼ਰੂਰ ਕਰਵਾਵੋ, ਕਿਰਪਾ ਕਰੋ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ